So in this category, we will discuss what is memory and what are its type. So memory ਕੀ ਹੁੰਦੀ ਹੈ, we all know very well ਕਿ data ਤੇ programs ਨੂੰ ਕੰਪਿਊਟਰ ਦੇ ਵਿੱਚ ਜਦੋਂ ਆਪਾਂ ਸਟੋਰ ਕਰਨਾ ਹੋਵੇ ਉਸ ਨੂੰ ਅਸੀਂ memory ਦੇ ਵਿੱਚ ਸਟੋਰ ਕਰਦੇ ਹਾਂ। So memory ਜਿਹੜੀ ਹੈ ਇਹ ਆਪਣੀ ਦੋ ਤਰ੍ਹਾਂ ਦੀ ਹੁੰਦੀ ਹੈ, primary memory and secondary memory। ਪ੍ਰਾਇਮਰੀ ਮੈਮਰੀ ਜਿਹੜੀ ਹੈ ਇਹ ਉਹ ਮੈਮਰੀ ਦਾ ਪਾਰਟ ਹੈ ਜਿਹਦੇ ਬਿਨਾ ਕੰਪਿਊਟਰ ਚੱਲ ਨਹੀਂ ਸਕਦਾ, ਮਤਲਬ ਜਿਹਦਾ ਹੋਣਾ ਬਹੁਤ ਜ਼ਰੂਰੀ ਹੈ, ਰਾਈਟ। ਸੋ ਬੇਸਿਕ ਮੈਮਰੀ ਹੈ ਇਹ, ਠੀਕ ਹੈ। ਸੋ ਪ੍ਰਾਇਮਰੀ ਮੈਮਰੀ ਦੇ ਵਿੱਚ ਆ ਜਾਂਦੀ ਹੈ RAM ਐਂਡ ROM। RAM ਦੇ ਵਿੱਚ ਕੀ, RAM ਦਾ ਫੁੱਲ ਫਾਰਮ ਕੀ ਹੈਗਾ, ਰੈਂਡਮ ਐਕਸੈਸ ਮੈਮਰੀ। ਰੈਂਡਮ ਐਕਸੈਸ ਮੈਮਰੀ ਮਤਲਬ ਇਹ ਉਹ ਵਾਲੀ ਮੈਮਰੀ ਹੈ ਜਿਹਦੇ ਵਿੱਚ ਅਸੀਂ ਜਦੋਂ ਇਹਦੀ ਖਾਸੀਅਤ ਇਹ ਹੈਗੀ ਕਿ ਜਦੋਂ ਅਸੀਂ ਡੇਟਾ ਇਹਦੇ ਵਿੱਚ ਸਟੋਰ ਕਰਦੇ ਹਾਂ ਤਾਂ ਉਹ ਜਿਹੜਾ ਡੇਟਾ ਹੈ ਉਹ ਜਦੋਂ ਲਾਈਟ ਜਾਂਦੀ ਹੈ ਉਦੋਂ ਡੇਟਾ ਇਹਦਾ ਡਿਲੀਟ ਹੋ ਜਾਂਦਾ ਹੈ, ਰਾਈਟ। ਸੋ ਡੇਟਾ ਕਿਹੜਾ ਹੁੰਦਾ ਇਹਦੇ ਵਿੱਚ, ਜਦੋਂ ਅਸੀਂ ਕੰਪਿਊਟਰ ਨੂੰ ਕੰਮ ਕਰਦੇ ਹਾਂ ਕੰਪਿਊਟਰ ਦੇ ਉੱਤੇ ਤਾਂ ਸਾਰਾ ਕੰਮ ਸਾਡਾ ਪ੍ਰਾਇਮਰੀ ਮੈਮਰੀ RAM ਦੇ ਅੰਦਰ ਹੁੰਦਾ ਹੈ। ਸੋ RAM ਨੂੰ ਇਸ ਲਈ ਵਰਕਿੰਗ ਮੈਮਰੀ ਵੀ ਕਿਹਾ ਜਾਂਦਾ ਹੈ, ਠੀਕ ਹੈ। ਜਦੋਂ ਜਿਵੇਂ ਹੁਣ ਮੈਂ PPT ਚਲਾ ਰਹੀ ਹਾਂ ਤਾਂ ਇਹ PPT ਕਿੱਥੇ ਸਟੋਰ ਹੋਈ ਹੈ, ਇੱਕ ਤਾਂ ਹੈਗਾ ਜਦੋਂ ਮੈਂ ਬਣਾਈ ਸੀ ਕੱਲ ਉਦੋਂ ਇਸ ਨੂੰ ਹਾਰਡ ਡਿਸਕ ਦੇ ਵਿੱਚ ਸਟੋਰ ਕਰ ਲਿਆ। ਹਾਰਡ ਡਿਸਕ ਇਜ਼ ਅ ਕੈਟੇਗਰੀ ਆਫ ਸੈਕੰਡਰੀ ਸਟੋਰੇਜ। ਹਾਰਡ ਡਿਸਕ ਦੇ ਵਿੱਚ ਕਿਸੇ ਨਾਮ ਦੇ ਨਾਲ ਇਸ ਫਾਈਲ ਨੂੰ ਸਟੋਰ ਕਰਕੇ ਰੱਖ ਲਿਆ। ਫਿਰ ਜਦੋਂ ਅੱਜ ਮੈਂ ਇਸ ਨੂੰ ਯੂਜ਼ ਕਰ ਰਹੀ ਹਾਂ ਤਾਂ ਇਹ ਕਿੱਥੇ ਯੂਜ਼ ਹੋ ਰਹੀ ਹੈ, ਇਹ RAM ਦੇ ਵਿੱਚ ਯੂਜ਼ ਹੋ ਰਹੀ ਹੈ, ਰਾਈਟ। ਸੋ RAM ਦੇ ਅੰਦਰ ਕੀ ਹੁੰਦਾ ਹੈਗਾ, ਜਿਹੜਾ ਵੀ ਅਸੀਂ ਕੰਮ ਕਰ ਰਹੇ ਹੁੰਦੇ ਹਾਂ ਸਿਸਟਮ ਦੇ ਵਿੱਚ ਉਹ RAM ਦੇ ਵਿੱਚ ਵਰਕ ਕਰਦੇ ਹਾਂ। ਕਾਈਂਡਲੀ unmute your systems. Okay, so that was about RAM। RAM ਦੀ ਕੀ ਖਾਸੀਅਤ ਹੈਗੀ ਹੈ ਕਿ ਆਪਾਂ ਇਸ ਨੂੰ ਕਹਿ ਦਿੰਦੇ ਹਾਂ ਟੈਕਨੀਕਲ ਟਰਮਸ ਦੇ ਵਿੱਚ ਕਿ it is a volatile kind of a memory। volatile memory means ਕਿ ਜਦੋਂ ਲਾਈਟ ਜਾਂਦੀ ਹੈ ਇਹਦਾ ਡੇਟਾ ਉੱਡ ਜਾਂਦਾ ਹੈ ਤੇ ਇਸੇ ਕਰਕੇ ਸਾਨੂੰ ਇਸ ਦਾ ਜਿਹੜਾ ਜਿਵੇਂ ਕੋਈ ਵੀ ਕੰਮ ਅਸੀਂ ਕਰਦੇ ਹਾਂ, ਜਿਵੇਂ ਕੋਈ ਫਾਈਲ ਬਣਾਈ ਜਾਂ ਕੁਝ ਵੀ ਕੰਮ ਕੀਤਾ ਉਸ ਨੂੰ ਅਸੀਂ ਸੇਵ ਕਰਕੇ ਰੱਖਦੇ ਹਾਂ ਹਾਰਡ ਡਿਸਕ ਦੇ ਉੱਤੇ, ਕਿਉਂਕਿ RAM ਦੇ ਵਿੱਚ ਜਦੋਂ ਅਸੀਂ ਵਰਕ ਕਰ ਰਹੇ ਹੁੰਦੇ ਹਾਂ ਉਦੋਂ RAM ਦੇ ਉੱਤੇ ਵਰਕ ਹੋ ਰਿਹਾ ਹੁੰਦਾ ਹੈ। ਜਦੋਂ ਲਾਈਟ ਜਾਂਦੀ ਹੈ ਤਾਂ ਕੀ ਹੁੰਦਾ ਹੈ, RAM ਖਾਲੀ ਹੋ ਜਾਂਦੀ ਹੈ, ਟੈਂਪੋਰਰੀ ਮੈਮਰੀ ਹੁੰਦੀ ਹੈ ਇਹ। ਮੂਵਿੰਗ ਫਰਦਰ, ਦ ਸੈਕੰਡ ਕੈਟੇਗਰੀ ਇਜ਼ ROM। ਪ੍ਰਾਇਮਰੀ ਮੈਮਰੀ ਦੀ ਦੂਸਰੀ ਟਾਈਪ ਹੈਗੀ ਹੈ ROM, ਦੈਟ ਇਜ਼ ਰੀਡ ਓਨਲੀ ਮੈਮਰੀ। ਰੀਡ ਓਨਲੀ ਮੈਮਰੀ ਜਿਹੜੀ ਹੈ ਇਹ ਬਹੁਤ ਐਕਸਪੈਂਸਿਵ ਹੁੰਦੀ ਹੈ ਐਂਡ ਸਮਾਲ ਇਨ ਸਾਈਜ਼ ਹੁੰਦੀ ਹੈ ਤੇ ਇਹਦੇ ਵਿੱਚ ਆਪਰੇਟਿੰਗ ਸਿਸਟਮ ਕਿੱਥੇ ਰੱਖਿਆ ਹੋਇਆ ਹੈ ਕੰਪਿਊਟਰ ਦੇ ਵਿੱਚ ਉਹ ਜਿਹੀਆਂ ਇਨਸਟਰਕਸ਼ਨ ਸਟੋਰ ਹੁੰਦੀਆਂ ਨੇ। ਇਹ ਪਰਮਨੈਂਟ ਟਾਈਪ ਦੀ ਹੁੰਦੀ ਹੈ, ਇਹਦਾ ਨਾਮ ਦੱਸਦਾ ਹੈ ਸਾਨੂੰ ਕਿ ਇਹ ਰੀਡ ਓਨਲੀ ਮੈਮਰੀ ਹੈ। ਰੀਡ ਓਨਲੀ ਮਤਲਬ ਅਸੀਂ ਜੋ ਵੀ ਲਿਖਿਆ ਹੋਇਆ ਇਹਦੇ ਵਿੱਚ ਉਹ ਅਸੀਂ ਬਦਲ ਨਹੀਂ ਸਕਦੇ। ਸੋ ਵਨਸ ਵੀਵ ਰਿਟਨ ਸਮਥਿੰਗ ਔਨ ਇਟ, ਇਟ ਸਟੇਜ਼ देयर ਫੋਰਐਵਰ। ਸੋ ਦੈਟ ਇਜ਼ ਰੀਡ ਓਨਲੀ ਮੈਮਰੀ, ਠੀਕ ਹੈ। ਸੋ ਰੀਡ ਓਨਲੀ ਮੈਮਰੀ ROM ਜਿਹੜੀ ਹੈ ਬਹੁਤ ਐਕਸਪੈਂਸਿਵ ਹੁੰਦੀ ਹੈ, RAM ਨਾਲੋਂ ਵੱਧ ਐਕਸਪੈਂਸਿਵ ਹੁੰਦੀ ਹੈ, ਥੋੜੀ ਜਿਹੀ ਹੁੰਦੀ ਹੈ, ਮਦਰਬੋਰਡ ਦੇ ਉੱਤੇ ਪਈ ਹੁੰਦੀ ਹੈ ਤੇ ਇਹਦੇ ਵਿੱਚ ਕੀ ਖਾਸ ਗੱਲ ਹੈਗੀ ਹੈ, ਇਹਦੇ ਵਿੱਚ ਇਨਸਟਰਕਸ਼ਨਸ ਇਹ ਲਿਖੀਆਂ ਹੁੰਦੀਆਂ ਨੇ ਕਿ ਜਦੋਂ ਅਸੀਂ ਕੰਪਿਊਟਰ ਔਨ ਕਰਦੇ ਹਾਂ ਤਾਂ ਆਪਰੇਟਿੰਗ ਸਿਸਟਮ ਕਿਹੜੇ ਟਰੈਕ, ਕਿਹੜੇ ਸੈਕਟਰ ਹਾਰਡ ਡਿਸਕ ਤੇ ਕਿਸ ਲੋਕੇਸ਼ਨ ਤੇ ਪਿਆ ਹੈ ਜਿੱਥੋਂ ਆਪਰੇਟਿੰਗ ਸਿਸਟਮ RAM ਦੇ ਵਿੱਚ ਲੋਡ ਹੋਵੇ। ਕਿਉਂਕਿ ਜਦੋਂ ਆਪਾਂ ਕੰਪਿਊਟਰ ਔਨ ਕਰਦੇ ਹਾਂ ਤਾਂ ਪਹਿਲਾ ਕੰਮ ਜਿਹੜਾ ਹੁੰਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਬੂਟਿੰਗ। ਬੂਟਿੰਗ ਦੇ ਵਿੱਚ ਕੀ ਹੁੰਦਾ ਹੈ ਕਿ ਆਪਰੇਟਿੰਗ ਸਿਸਟਮ ਸਾਡਾ ਹਾਰਡ ਡਿਸਕ ਤੋਂ RAM ਦੇ ਵਿੱਚ ਜਾਂਦਾ ਹੈ ਤੇ ਉਹ ਪੋਸੀਬਿਲਿਟੀ ਕਿਵੇਂ ਹੁੰਦੀ ਹੈ, ਕੰਪਿਊਟਰ ਦੇ ਵਿੱਚ ਕੋਈ ਜਾਦੂ ਤਾਂ ਹੈ ਨਹੀਂ ਕਿ ਆਪੇ ਸਭ ਕੰਮ ਕਰੇਗਾ, ਸਾਰਾ ਕੁਝ ਅਸੀਂ ਪ੍ਰੋਗਰਾਮ ਕੀਤਾ ਹੋਇਆ ਹੈ। ਅਸੀਂ ਜਾਂ ਆਈ ਕੈਨ ਸੇ ਕਿ ਜਿਨ੍ਹਾਂ ਨੇ ਕੰਪਿਊਟਰ ਬਣਾਇਆ, ਜਦੋਂ ਤੁਹਾਨੂੰ ਕੰਪਿਊਟਰ ਉਹ ਵੇਚਦੇ ਹੈ ਵੈਂਡਰ ਆਫ ਦਾ ਕੰਪਿਊਟਰ, ਤਾਂ ਉਸਨੇ ਉਹਦੇ ਵਿੱਚ ਹਾਰਡ ਵਾਇਰਿੰਗ ਕਰਕੇ ਚਿਪ ਦੇ ਵਿੱਚ, ROM ਚਿਪ ਦੇ ਵਿੱਚ, ਮੈਮਰੀ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਇੱਥੇ ਆਪਰੇਟਿੰਗ ਸਿਸਟਮ ਪਿਆ ਹੋਏਗਾ, ਇੱਥੋਂ ਉਹ RAM ਦੇ ਵਿੱਚ ਜਾਵੇ। ਜਦ ਆਪਰੇਟਿੰਗ ਸਿਸਟਮ RAM ਦੇ ਵਿੱਚ ਲੋਡ ਹੋ ਜਾਂਦਾ ਹੈ ਫਿਰ ਉਹ ਹੋ ਜਾਂਦਾ ਹੈ ਕੰਪਿਊਟਰ ਸਾਡਾ ਡੈਸਕਟਾਪ ਅਪੀਅਰ ਹੋ ਜਾਂਦਾ ਹੈ ਐਂਡ ਅਸੀਂ ਕੰਮ ਕਰ ਸਕਦੇ ਹਾਂ ਔਨ ਦ ਕੰਪਿਊਟਰ। So this is a picture of RAM. This is RAM and this is the ROM. Second category of memory is that of secondary memory। secondary memory ਦੇ ਵਿੱਚ ਕੀ ਹੁੰਦਾ ਹੈ, ਇਹਦੇ ਵਿੱਚ permanently data store ਕਰਨ ਲਈ ਅਸੀਂ ਇਸ ਨੂੰ use ਕਰਦੇ ਹਾਂ। permanently data store ਕਰਨ ਲਈ ਮਤਲਬ ਅਸੀਂ ਕੋਈ ਵੀ ਕੰਮ ਜੋ ਕੀਤਾ ਹੈ, ਜਿਵੇਂ ਕੱਲ ਮੈਂ ਇਹ PPT ਬਣਾਈ ਸੀ ਤਾਂ ਇਸ ਨੂੰ ਮੈਂ
ਇੱਕ ਨਾਮ ਦੇ ਕੇ day 3 ਦਾ ਨਾਮ ਦੇ ਕੇ ਹਾਰਡ ਡਿਸਕ ਦੇ ਵਿੱਚ ਸੇਵ ਕਰ ਲਿਆ ਠੀਕ ਹੈ ਸੋ ਮੋਸਟ ਕਾਮਨ secondary storage device which is embedded in the system always मतलब ਜਦੋਂ ਅਸੀਂ ਕੰਪਿਊਟਰ ਖਰੀਦਦੇ ਹਾਂ ਲੈਪਟਾਪ ਖਰੀਦਦੇ ਹਾਂ ਜਾਂ ਅਸੀਂ ਕਈ ਸਮਾਰਟਫੋਨ ਖਰੀਦਦੇ ਹਾਂ ਉਹਦੇ ਵਿੱਚ ਕੁਝ ਨਾ ਕੁਝ ਹਾਰਡ ਡਿਸਕ ਦਾ ਐਲੀਮੈਂਟ ਹੁੰਦਾ ਹੈ ਠੀਕ ਹੈ ਸੋ ਹਾਰਡ ਡਿਸਕ ਦਾ ਐਲੀਮੈਂਟ ਕੀ ਕਰੇਗਾ ਕਿ ਡੇਟਾ ਸਟੋਰ ਕਰਕੇ ਰੱਖੇਗਾ so that is about hard disk it stores data permanently ਇਲੈਕਟ੍ਰੋਮੈਗਨੈਟਿਕ ਟਾਈਪ ਦਾ ਹੁੰਦਾ ਹੈ ਐਟਸੈਟਰਾ ਬਾਕੀ ਸਾਰੇ ਡਿਟੇਲਸ ਦੇ ਵਿੱਚ ਆਪਾਂ ਨੂੰ ਜਾਣ ਦੀ ਲੋੜ ਨਹੀਂ ਆਪਾਂ ਬੇਸਿਕ ਕੰਪਿਊਟਰਸ ਦੀ ਨੌਲੇਜ ਰੱਖਣੀ ਹੈ ਸੈਕੰਡ ਕੈਟਾਗਰੀ ਇਜ਼ that of optical disk optical disk ਤੋਂ ਨਾਮ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਲਾਈਟ ਯੂਜ਼ ਕਰਦਾ ਹੈ ਹਾਰਡ ਡਿਸਕ ਜਿਹੜੀ ਹੈ ਇਹ ਇਲੈਕਟ੍ਰੋਮੈਗਨੈਟਿਕ એનર્ਜੀ ਯੂਜ਼ ਕਰਦੀ ਹੈ ਇਲੈਕਟ੍ਰੋਮੈਗਨੈਟਿਕ ਪ੍ਰਿੰਸੀਪਲਸ ਦੇ ਉੱਤੇ ਵਰਕ ਕਰਦੀ ਹੈ ਤੇ ਜਿਹੜੀ ਆਪਟੀਕਲ ਡਿਸਕ ਹੈ ਇਹ ਲਾਈਟ ਪ੍ਰਿੰਸੀਪਲਸ ਦੇ ਉੱਤੇ ਵਰਕ ਕਰਦੀ ਹੈ ਸੋ ਇਹਦੇ ਵਿੱਚ ਐਗਜ਼ਾਮਪਲਸ ਆ ਜਾਂਦੇ ਆ CDs DVDs Blu-rays ਇਹ ਸਾਰੇ ਟਾਈਪਸ ਆਫ ਆਪਾਂ ਕਹੀਏ ਵੀ ਪੋਰਟੇਬਲ ਡਿਵਾਈਸਿਸ ਜਿਹੜੇ ਹੈਗੇ ਨੇ ਠੀਕ ਹੈ ਜਿਵੇਂ ਹਾਰਡ ਡਿਸਕ ਜਿਹੜੀ ਹੁੰਦੀ ਹੈ ਅੱਜਕੱਲ ਤਾਂ ਪੋਰਟੇਬਲ ਹਾਰਡ ਡਿਸਕ ਵੀ ਆ ਰਹੀ ਹੈ ਸਿੰਸ ਲੌਂਗ ਪੋਰਟੇਬਲ ਹਾਰਡ ਡਿਸਕ ਕੀ ਹੁੰਦੀ ਹੈ ਕਿ ਇੱਕ ਤਾਂ ਹਾਰਡ ਡਿਸਕ ਆਪਣੇ ਸਿਸਟਮ ਤੇ ਹੈ ਹੀ ਪਈ ਆਲਰੇਡੀ ਤੇ ਇਸ ਤੋਂ ਇਲਾਵਾ ਇੱਕ ਹੋਰ ਬਹੁਤ ਜ਼ਿਆਦਾ ਹਾਈ ਕੈਪੈਸਿਟੀ ਹਾਰਡ ਡਿਸਕ ਹੁੰਦੀ ਹੈ ਜਿਹੜੀ ਅਸੀਂ ਇਹਦੇ ਨਾਲ ਅਟੈਚ ਕਰ ਸਕਦੇ ਹਾਂ ਡੇਟਾ ਟ੍ਰਾਂਸਫਰ ਕਰ ਸਕਦੇ ਹਾਂ ਤੇ ਲੈ ਕੇ ਕਿਤੇ ਦੂਜੇ ਪਾਸੇ ਡੇਟਾ ਉੱਥੋਂ ਰਿਕਵਰ ਕਰ ਸਕਦੇ ਹਾਂ so that is a portable hard disk but most common kind of portable device ਜਾਂ portable disk is that of optical disk ਦੇ ਵਿੱਚ ਕੀ ਹੁੰਦਾ ਹੈ CD DVD ਜਾਂ Blu-ray discs so ਇਹਦੀ ਕੈਪੈਸਿਟੀਜ਼ ਵੇਰੀ ਕਰਦੀਆਂ ਨੇ ਤੇ ਵਰਕਿੰਗ ਪ੍ਰਿੰਸੀਪਲ ਸਾਰਿਆਂ ਦਾ ਸੇਮ ਹੈ ਕਿ ਇਹ ਲਾਈਟ ਯੂਜ਼ ਕਰਕੇ ਚੱਲਦੀਆਂ ਨੇ so here we can see examples the pictures of the secondary storage devices this is a hard disk ਅੰਦਰੋਂ hard disk ਇਹੋ ਜਿਹੀ ਹੁੰਦੀ ਹੈ ਇਹਦੇ ਉੱਤੇ ਇਹ ਪਲੈਟਰ ਹੈਗਾ ਇਹਦੇ ਵਿੱਚ ਕਈ ਸਾਰੀਆਂ ਪਲੇਟਸ ਹੁੰਦੀਆਂ ਨੇ ਸੋ ਜਿਵੇਂ ਦੋ ਪਲੇਟ C ਡਰਾਈਵ ਬਣ ਗਈਆਂ ਦੋ ਪਲੇਟ C ਡਰਾਈਵ ਬਣਾਤੀਆਂ ਅਸੀਂ ਮੈਮਰੀ ਜਿੰਨਾ ਆਪਾਂ ਸਾਈਜ਼ ਦੇਣਾ ਚਾਹੁੰਦੇ ਹਾਂ ਉਹਦੇ ਹਿਸਾਬ ਨਾਲ ਉਨੀ ਕੁ ਮੈਮਰੀ ਅਸੀਂ CDE ਡਰਾਈਵਸ ਨੂੰ ਦੇ ਦਿੰਦੇ ਹਾਂ ਇਹ ਉਹਦਾ ਰੀਡ ਰਾਈਟ ਹੈਡ ਹੈਗਾ ਸੋ ਇੱਥੋਂ ਇਹ ਰੀਡ ਕਰਦਾ ਹੈ ਕਿਹੜੀ ਇਨਸਟਰਕਸ਼ਨਸ ਇੱਥੇ ਜਾਂ ਕਿਹੜਾ ਡੇਟਾ ਕੀ ਪਿਆ ਹੈ ਇੱਥੇ ਸਟੋਰ ਕੀਤਾ ਹੋਇਆ ਤੇ these are the three kinds of optical discs ਦੇ ਵਿੱਚ ਇਹ ਕੰਪੈਕਟ ਡਿਸਕ CD ਹੈਗੀ ਹੈ ਇਹਦੀ ਕੈਪੈਸਿਟੀ 700 MB ਹੁੰਦੀ ਹੈ 1982 ਤੋਂ ਅਸੀਂ ਇਸ ਨੂੰ ਮਾਰਕੀਟ ਦੇ ਵਿੱਚ ਦੇਖ ਰਹੇ ਹਾਂ so this is a CD roughly 80 ਮਿੰਟਸ ਦੀ ਇਹਦੇ ਵਿੱਚ ਵੀਡੀਓ ਆ ਜਾਂਦੀ ਹੁੰਦੀ ਹੈ ਸਟੋਰ ਹੋ ਜਾਂਦੀ ਹੈ ਤੇ ਅੱਜਕੱਲ ਤਾਂ ਆਪਾਂ CD ਯੂਜ਼ ਹੀ ਨਹੀਂ ਕਰ ਰਹੇ ਹੈਗੇ ਸਾਡੇ ਕੋਲ DVD ਤੇ Blu-ray discs ਦੀ ਆਪਸ਼ਨ ਅਵੇਲੇਬਲ ਹੈ ਪਹਿਲੇ ਟਾਈਮ ਦੇ ਵਿੱਚ CD ਹੀ ਯੂਜ਼ ਕੀਤੀ ਜਾਂਦੀ ਸੀ ਬਿਕਾਜ਼ ਇਟ ਵਾਸ ਅ ਚੀਪਰ ਵਰਜ਼ਨ ਦੈਨ ਜਦੋਂ ਤੋਂ 1995 ਤੋਂ DVD ਆ ਗਈ ਤਾਂ DVD ਵੱਲ ਲੋਕੀ ਸ਼ਿਫਟ ਹੋ ਗਏ ਸੋ DVD ਕੀ ਹੈਗਾ ਡਿਜੀਟਲ ਵਰਸਟਾਈਲ ਡਿਸਕ ਸੋ DVD ਦੇ ਵਿੱਚ ਕੈਪੈਸਿਟੀ ਬਹੁਤ ਜ਼ਿਆਦਾ ਹੁੰਦੀ ਹੈ 4.7 GB which is big amount ਠੀਕ ਹੈ ਦੇਖੋ CD ਦੇ ਵਿੱਚ 700 MB ਸੀ ਇੱਥੇ 4.7 GB capacity ਹੈ kindly write in the chat box one student has written that my voice is not audible can you all hear me okay I got a signal of yes so CD ਹੋ ਗਿਆ 700 MB ਦੀ DVD ਹੋ ਗਿਆ 4.7 GB capacity ਦੀ 1995 ਤੋਂ ਇਹ ਮਾਰਕੀਟ ਦੇ ਵਿੱਚ ਚੱਲ ਰਹੀ ਹੈਗੀ ਹੈ ਅਵੇਲੇਬਲ ਹੈ the third category the most advanced category is that of Blu-ray disc ਕੀ ਹੁੰਦੀ ਹੈ ਇਹਦੀ capacity ਬਹੁਤ ਹੀ ਜ਼ਿਆਦਾ ਹੈ 25 GB right so it's a huge amount ਬਹੁਤ ਜ਼ਿਆਦਾ capacity ਹੈ ਤੇ ਇਹ 2006 ਤੋਂ publicly available ਹੈ so that brings us to the end of the second session we'll continue further